कलैक्टर रेट हैगा 20 करोड़ पर किला पर एकड़ और ਜਿਹੜਾ ਇਹ ਉਹਦਾ ਅੱਧਾ ਪਾਰਟ ਰਹਿ ਗਿਆ 26 ਦਾ ਹੀ ਰੈਕਟੈਂਗਲ ਨੰਬਰ 26 ਦਾ ਜਿਹੜਾ ਇਹਨਾਂ ਨੇ ਹੁਣ ਅਕਵਾਇਰ ਕਰਨਾ ਉਹਦਾ ਰੇਟ ਅਸੈਸ ਕਰ ਰਹੇ ਨੇ 1 ਕਰੋੜ 88 ਲੱਖ ਕਿ ਇਹ ਐਗਰੀਕਲਚਰ ਲੈਂਡ ਹੈ। ਵਿੱਚ ਨੂੰ ਰੋਡ ਨਿਕਲਦੀ ਹੈ 100 ਫੁੱਟ ਦੀ ਔਰ ਮਾਰਬਲ ਮਾਰਕੀਟ ਐਗਜ਼ਿਸਟੈਂਸ ਆ ਉੱਥੇ। ਚੰਡੀਗੜ੍ਹ 'ਚ ਕਿਹੜੀ ਲੈਂਡ ਜਿਹੜੀ ਹੈ ਉਹ ਐਗਰੀਕਲਚਰ ਲੈਂਡ ਹੈ। ਚੰਡੀਗੜ੍ਹ ਦੀ ਜਿਹੜੀ ਲੈਂਡ ਹੈ ਪਿੰਡਾਂ ਦੀ ਲੈਂਡ ਹੈ ਉਹ ਯੂਟੀ ਦੇ ਅਕਵਾਇਰ ਕਰਨ ਵਾਸਤੇ ਹੀ ਰਹਿ ਗਈ। ਕੀ ਡੱਡੂ ਮਾਜਰੇ ਔਰ ਧਨਾਸ ਦੇ ਲੋਕ ਚੰਡੀਗੜ੍ਹ ਨਾਲ ਕਨੈਕਟਡ ਨਹੀਂ ਹੈ? ਜਿਹਨਾਂ ਦੀ ਹਿੱਕ ਦੇ ਉੱਤੇ ਚੰਡੀਗੜ੍ਹ ਵਸਿਆ ਜਾਂ ਬਣਿਆ ਉਹਨਾਂ ਦੇ ਘਰ 2 ਵਕਤ ਦਾ ਖਾਣਾ ਨਹੀਂ ਮਿਲਦਾ। ਜਿਹੜੇ ਕਿਸਾਨ ਔਰ ਜਾਂ ਲੈਂਡ ਓਨਰਸ ਮੇਰੇ ਕਲਾਇੰਟਸ ਨੇ ਇਸ ਵਿੱਚ ਉਹ ਕੀ ਕਰ ਰਹੇ ਨੇ, ਉਹਨਾਂ ਦੇ ਬੱਚੇ ਉਹ ਟੈਕਸੀਆਂ ਚਲਾ ਰਹੇ ਨੇ। ਤੁਸੀਂ ਅਕਵਾਇਰ ਕਰਨੀ ਹੈ ਲੈਂਡ ਅਕਵਾਇਰ ਕਰੋ, ਪਰ ਇਹ ਨਾ ਕਰੋ ਜ਼ਿਆਦਤੀ ਨਹੀਂ ਹੋਣੀ ਚਾਹੀਦੀ। ਇਹ ਜਿੰਨੇ ਹੁਣ ਤੱਕ ਜਿਨ੍ਹਾਂ ਦੇ ਨਾਲ ਧੱਕਾ ਹੋਇਆ ਉਹ ਸਾਰਿਆਂ ਨੂੰ ਇੱਕ ਮੱਲਮ ਦਾ ਕੰਮ ਕਰੂਗਾ ਅਗਰ ਕੋਈ ਡਿਸੀਜਨ ਫੇਵਰੇਬਲ ਆਉਂਦਾ। ਅਮਾਊਂਟ ਤੇ ਨਹੀਂ ਕੁਐਸਚਨ ਹੈ, ਅਮਾਊਂਟ ਤਾਂ ਦੇਣੀ ਪਏਗੀ। ਅਮਾਊਂਟ ਦੇਣੀ ਕਿੰਨੀ ਆ ਉਹ ਡਿਸਪਿਊਟਡ ਹੈ। ਜਿਹੜਾ ਬੰਦਾ ਓਨਰ ਹੈ ਉਹ ਆਪਣੀ ਪ੍ਰੋਪਰਟੀ ਨੂੰ ਇੰਜੋਏ ਨਹੀਂ ਕਰ ਸਕਦਾ, ਉਹ ਤਾਂ ਇਨਫ੍ਰਿੰਜਮੈਂਟ ਆਫ ਲੀਗਲ ਰਾਈਟ ਹੋ ਗਿਆ। ਲੈਂਡ ਮਾਫੀਆ ਹਮੇਸ਼ਾ ਪੰਜਾਬ ਦੇ ਵਿੱਚ ਖਾਸ ਕਰਕੇ ਆਪਣੀ ਜੋਬਨ 'ਤੇ ਰਹਿੰਦਾ। ਹਰ ਵਕਤ ਆਪਣੇ ਵੱਲੋਂ ਕੋਸ਼ਿਸ਼ ਹੁੰਦੀ ਆ ਉਹਨਾਂ ਦੀ ਕਿ ਕਿਸੇ ਨਾ ਕਿਸੇ ਤਰੀਕੇ ਜ਼ਮੀਨਾਂ ਅਕਵਾਇਰ ਕਰਕੇ ਨਿੱਜੀ ਮੁਫਾਦਾਂ ਦੇ ਲਈ ਆਪਣੇ ਲਾਹੇ ਖੱਟੇ ਜਾਣ। ਪਰ ਇਸ ਵਕਤ ਵੀ ਇੱਕ ਵੱਡਾ ਮਾਮਲਾ ਜਿਹੜਾ ਆ ਉਹ ਇਸੇ ਇਲਾਕੇ ਨਾਲ ਜੁੜਿਆ ਹੋਇਆ ਸਾਹਮਣੇ ਆ ਰਿਹਾ, ਚੰਡੀਗੜ੍ਹ ਦੇ ਨਾਲ ਤੇ ਨਾਲ ਦੀ ਨਾਲ ਪੰਜਾਬ ਦੇ ਨਾਲ, ਕਿ ਵੱਡੇ ਪੱਧਰ 'ਤੇ ਕੋਸ਼ਿਸ਼ ਹੋ ਰਹੀ ਹੈ ਕਿ ਬਹੁਤ ਸਾਰੇ ਲੈਂਡ ਮਾਫੀਆ ਜਿਹੜੇ ਨੇ ਉਹ ਜ਼ਮੀਨ ਅਕਵਾਇਰ ਕਰਵਾ ਕੇ ਆਪਣੇ ਹਿਸਾਬ ਦੇ ਨਾਲ ਆਪਣੀਆਂ ਕੋਸ਼ਿਸ਼ਾਂ ਨੂੰ ਸਫਲ ਕਰਨ ਦੀ ਕੋਸ਼ਿਸ਼ ਦੇ ਵਿੱਚ ਨੇ। ਪਰ ਦੂਜੇ ਪਾਸੇ ਪੰਜਾਬ ਹਰਿਆਣਾ ਹਾਈ ਕੋਰਟ ਆਪਣੇ ਰੁਖ ਅਖਤਿਆਰ ਰਹੀ ਹੈ। ਇੱਕ ਡਾਇਰੈਕਸ਼ਨ ਆਈ ਹੈ। ਸਾਡੇ ਨਾਲ ਐਡਵੋਕੇਟ ਚਰਨਪਾਲ ਸਿੰਘ ਬਾਗੜੀ ਨੇ। ਜਾਣਾਂਗੇ ਕਿ ਇਹ ਮਸਲਾ ਕੀ ਸੀਗਾ, ਕਿਉਂਕਿ ਮਸਲਾ ਕਾਫੀ ਗੰਭੀਰ ਹੈ, ਕਿਸਾਨਾਂ ਨੂੰ ਵੱਡੇ ਪੱਧਰ 'ਤੇ ਨੁਕਸਾਨ ਹੋ ਰਿਹਾ। ਪਰ ਦੂਜੇ ਪਾਸੇ ਜੇ ਇਸ ਤਰੀਕੇ ਦੇ ਨਾਲ ਇਹ ਲੈਂਡ ਦੀ ਅਕਵਾਇਰ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਉਹ ਕਿਸਾਨਾਂ ਦੇ ਹਿੱਤਾਂ ਦੇ ਖਿਲਾਫ ਹੈ। ਤਾਂ ਇਸ ਵਕਤ ਸਾਡੇ ਨਾਲ ਐਡਵੋਕੇਟ ਸਾਹਿਬ ਨੇ। ਸਰ, ਸਭ ਤੋਂ ਪਹਿਲਾਂ ਤਾਂ ਇਹ ਮਾਮਲਾ ਕੀ ਸੀਗਾ ਤੇ ਇਹਦੇ ਵਿੱਚ ਕੀ ਡਾਇਰੈਕਸ਼ਨ ਹੁਣ ਹਾਈ ਕੋਰਟ ਨੇ ਦਿੱਤੀਆਂ? ਦੇਖੋ, ਇਹ ਮਸਲਾ ਜਿਹੜਾ ਇਹ ਧਨਾਸ ਤੇ ਡੱਡੂ ਮਾਜਰਾ ਦੇ ਲੈਂਡ ਓਨਰਸ ਵੱਲੋਂ ਉਠਾਇਆ ਗਿਆ ਔਰ ਇਹ ਮਸਲਾ ਹੈ ਕਿ ਜਿਹੜਾ ਯੂਟੀ ਐਡਮਿਨਿਸਟ੍ਰੇਸ਼ਨ ਹੈ ਚੰਡੀਗੜ੍ਹ 1966 'ਚ ਬਣਿਆ। ਚੰਡੀਗੜ੍ਹ ਦੀ ਹੋਂਦ ਪਿੰਡਾਂ ਨੂੰ ਅਕਵਾਇਰ ਕਰਨ ਤੋਂ ਬਾਅਦ ਆਈ ਹੈ। ਇਹ ਨਹੀਂ ਹੈ ਵੀ 17 ਜਾਂ 22 ਸੈਕਟਰ ਹੀ ਚੰਡੀਗੜ੍ਹ ਹੈ। ਪੂਰੇ ਅਲੱਗ ਜਿੰਨੇ ਪਿੰਡ ਸੀ ਅਲੱਗ-ਅਲੱਗ ਪਿੰਡਾਂ ਨੂੰ ਅਕਵਾਇਰ ਕਰਨ ਤੋਂ ਬਾਅਦ ਚੰਡੀਗੜ੍ਹ ਬਣਿਆ। ਹੁਣ ਵੀ ਜਿਹੜਾ ਇਹ ਐਕੁਜੀਸ਼ਨ ਕੀਤੀ ਜਾ ਰਹੀ ਹੈ ਧਨਾਸ ਤੇ ਡੱਡੂ ਮਾਜਰਾ ਪਿੰਡਾਂ ਦੀ ਜ਼ਮੀਨ ਅਕਵਾਇਰ ਕੀਤੀ ਜਾ ਰਹੀ ਹੈ ਜੋ ਕਿ ਯੂਟੀ ਦਾ ਪਾਰਟ ਨੇ ਔਰ ਇਹਨਾਂ ਨੂੰ ਰੇਟ ਦਿੱਤਾ ਜਾ ਰਿਹਾ ਇਹ ਕਹਿ ਕੇ ਵੀ ਐਗਰੀਕਲਚਰ ਲੈਂਡ ਹੈ ਇਹ, ਔਰ ਰੇਟ ਦਿੱਤਾ ਜਾ ਰਿਹਾ 1 ਕਰੋੜ 88 ਲੱਖ। ਧਨਾਸ ਦੇ ਵਿੱਚ 26 ਨੰਬਰ ਮੁਰੱਬਾ ਰੈਕਟੈਂਗਲ ਨੰਬਰ 26 ਇੱਕ ਮੁਰੱਬੇ ਦੇ ਵਿੱਚ 25 ਕਿੱਲੇ ਨੇ। ਅੱਧਾ ਮੁਰੱਬਾ ਧਨਾਸ ਦੀ ਰਿਹਾਇਸ਼ੀ ਕਲੋਨੀ 'ਚ ਆ ਰਿਹਾ, ਮਿਲਕ ਕਲੋਨੀ ਦੇ 'ਚ ਆ ਰਿਹਾ। ਉੱਥੇ ਕਲੈਕਟਰ ਰੇਟ ਹੈਗਾ 20 ਕਰੋੜ ਪਰ ਕਿੱਲਾ ਪਰ ਏਕੜ ਔਰ ਜਿਹੜਾ ਇਹ ਉਹਦਾ ਅੱਧਾ ਪਾਰਟ ਰਹਿ ਗਿਆ 26 ਦਾ ਹੀ ਰੈਕਟੈਂਗਲ ਨੰਬਰ 26 ਦਾ ਜਿਹੜਾ ਇਹਨਾਂ ਨੇ ਹੁਣ ਅਕਵਾਇਰ ਕਰਨਾ ਉਹਦਾ ਰੇਟ ਅਸੈਸ ਕਰ ਰਹੇ ਨੇ 1 ਕਰੋੜ 88 ਲੱਖ ਕਿ ਇਹ ਐਗਰੀਕਲਚਰ ਲੈਂਡ ਹੈ। ਵਿੱਚ ਨੂੰ ਰੋਡ ਨਿਕਲਦੀ ਹੈ 100 ਫੁੱਟ ਦੀ ਔਰ ਮਾਰਬਲ ਮਾਰਕੀਟ ਐਗਜ਼ਿਸਟੈਂਸ ਆ ਉੱਥੇ। ਚੰਡੀਗੜ੍ਹ 'ਚ ਕਿਹੜੀ ਲੈਂਡ ਜਿਹੜੀ ਹੈ ਉਹ ਐਗਰੀਕਲਚਰ ਲੈਂਡ ਹੈ? ਤੁਸੀਂ 10 ਮਰਲੇ ਦਾ ਪਲਾਟ ਲੈਣ ਜਾਂਦੇ ਹੋ 1.5 ਕਰੋੜ 2 ਕਰੋੜ ਮੂੰਹ ਆਈ ਪ੍ਰਾਈਜ਼ ਜਿਹੜੀ ਆ ਉਹ ਕੋਟ ਕੀਤੀ ਜਾਂਦੀ ਹੈ। ਕੀ ਜਿਹੜਾ ਹੁਣ ਇੱਥੇ ਇਹ ਮੈਂ ਕਲੈਰੀਫਾਈ ਕਰ ਦੇਣੀ ਚਾਹੁੰਦਾ ਗੱਲ, ਇਸ ਪੂਰੇ ਏਰੀਏ 'ਚ ਪੈਰੀਫਰੀ ਐਕਟ ਪੰਜਾਬ ਨਿਊ ਕੈਪੀਟਲ ਪੈਰੀਫਰੀ ਐਕਟ 1952 ਇੰਪਲੀਮੈਂਟ ਹੈ, ਜਿਹਦੇ ਮੁਤਾਬਕ ਸੈਕਸ਼ਨ 5 ਤੇ 12 ਦੇ ਅਕੋਰਡਿੰਗਲੀ ਨਾ ਤਾਂ ਤੁਸੀਂ ਆਪਣੀ ਕਿਸੇ ਵੀ ਪ੍ਰੋਪਰਟੀ 'ਤੇ ਘਰ ਬਣਾ ਸਕਦੇ ਹੋ। ਕੋਈ ਕਿਸਾਨ ਆਪਣੀ ਪ੍ਰੋਪਰਟੀ 'ਤੇ ਘਰ ਨਹੀਂ ਬਣਾ ਸਕਦਾ, ਸ਼ਾਪ ਨਹੀਂ ਬਣਾ ਸਕਦਾ, ਮਾਲ ਨਹੀਂ ਬਣਾ ਸਕਦਾ। ਇਹਦਾ ਮਤਲਬ ਕਿ ਚੰਡੀਗੜ੍ਹ ਦੀ ਜਿਹੜੀ ਲੈਂਡ ਹੈ ਪਿੰਡਾਂ ਦੀ ਲੈਂਡ ਹੈ ਉਹ ਯੂਟੀ ਦੇ ਅਕਵਾਇਰ ਕਰਨ ਵਾਸਤੇ ਹੀ ਰਹਿ ਗਈ।
ਯੂਟੀ ਐਕਵਾਇਰ ਕਰਦਾ ਹੈ ਔਰ ਇੱਕ ਮਨੀ ਮਜਰੇ ਦਾ ਮੈਂ ਪੂਰਾ ਰਿਕਾਰਡ ਨਾਲ ਲਾਇਆ ਇਸ ਪਟੀਸ਼ਨ ਦੇ। 3.25 ਕਿੱਲੇ ਜ਼ਮੀਨ ਇਹਨਾਂ ਨੇ ਲੀਜ਼ ਆਊਟ ਕੀਤੀ ਹੈ 99 ਸਾਲੀ ਲੀਜ਼ ਤੇ, ਔਰ ਉਹ ਇੱਕ ਹਸਪੀਟਲ ਸਾਈਟ ਵਾਸਤੇ 2019 'ਚ ਉਹਦਾ ਪ੍ਰਾਈਜ਼ ਰੱਖਿਆ ਇਹਨਾਂ ਨੇ, ਰਿਜ਼ਰਵ ਪ੍ਰਾਈਜ਼ 81 ਕਰੋੜ, 30 ਕਰੋੜ ਤੋਂ ਉੱਤੇ ਰੱਖਿਆ। ਕਿੱਥੇ? ਮਨੀ ਮਾਜਰਾ। ਡੱਡੂ ਮਾਜਰਾ ਧਨਾਸ ਤਾਂ ਬਿਲਕੁਲ ਵਿੱਚ ਦਾ ਪਾਰਟ ਹੈ, ਅੱਗੇ ਨਿਊ ਚੰਡੀਗੜ੍ਹ ਆ ਗਿਆ, PGI ਆ ਗਿਆ। ਇਹ ਜਿਹੜੀ ਐਕੁਜੀਸ਼ਨ ਹੈ ਉਹ ਜਿਹੜੀ ਸੋਸ਼ਲ ਇੰਪੈਕਟ ਅਸੈਸਮੈਂਟ ਸਟੱਡੀ ਕੀਤੀ ਗਈ ਹੈ ਉਹ 'ਚ ਲਿਖਿਆ ਗਿਆ ਹੈ ਕਿ ਵੀ ਇਹ ਰੋਡ ਕੱਢ ਕੇ, ਇਹ ਰੋਡ ਜਿਹੜੀ ਹੈ ਕਨੈਕਟੀਵਿਟੀ ਰੋਡ ਹੈ ਬੂਥਗੜ੍ਹ ਤੋਗਾ ਰੋਡ ਨੂੰ, ਜਿਹੜੀ ਪੰਜਾਬ ਵਾਲੀ ਸਾਈਡ ਤੇ ਪਹਿਲਾਂ ਬਣ ਚੁੱਕੀ ਹੈ 2013 'ਚ, ਉਹ ਰੋਡ ਤੇ ਪਹਿਲਾਂ ਹੀ ਬਿਲਡਰਸ, ਡਿਵੈਲਪਰ ਤੇ ਹਾਈ ਪ੍ਰੋਫਾਈਲ ਲੋਕਾਂ ਨੇ, ਪੋਲੀਟੀਸ਼ੀਅਨਸ ਨੇ, ਬਿਊਰੋਕਰੇਟਸ ਨੇ ਪ੍ਰੋਪਰਟੀਆਂ ਪਰਚੇਜ਼ ਕਰ ਲਈਆਂ, ਕਲੋਨੀਆਂ ਬਣਾ ਲਈਆਂ, ਲੈ ਕੇ ਰੱਖ ਲਈਆਂ। ਤੇ ਹੁਣ ਇਹ ਲੈਂਡ ਤੇ ਰੋਡ ਨਿਕਲਣ ਦੇ ਨਾਲ ਬੈਨੀਫਿਟ ਤਾਂ ਉਹਨਾਂ ਨੂੰ ਹੋਣਾ। ਇਹ ਕਹਿੰਦੇ ਇਹ ਰੋਡ ਕੱਢਣੀ ਇਸ ਕਰਕੇ ਜ਼ਰੂਰੀ ਹੈ ਤਾਂ ਜੋ ਡੱਡੂ ਮਾਜਰੇ ਤੇ ਧਨਾਸ ਦੇ ਲੋਕਾਂ ਨੂੰ ਕਨੈਕਟੀਵਿਟੀ ਮਿਲ ਜੇ ਚੰਡੀਗੜ੍ਹ ਨਾਲ। ਕੀ ਡੱਡੂ ਮਾਜਰੇ ਔਰ ਧਨਾਸ ਦੇ ਲੋਕ ਚੰਡੀਗੜ੍ਹ ਨਾਲ ਕਨੈਕਟਡ ਨਹੀਂ ਹੈ? ਮੱਧ ਮਾਰਗ ਹੈ। ਉਸ ਤੋਂ ਬਾਅਦ ਜਿਹੜਾ ਇਹ ਰੋਡ ਨੂੰ ਕਨੈਕਟ ਕਰ ਰਿਹਾ ਦਕਸ਼ਿਣ ਮਾਰਗ 100 ਫੁੱਟ ਦੀ ਰੋਡ ਹੈ, ਉਹ ਆਲਰੇਡੀ ਕਨੈਕਟਡ ਹੈ। ਔਰ ਦੂਜੇ ਨੰਬਰ 'ਤੇ ਰੋਡ ਦੇ ਉੱਤੇ ਨਾ ਤਾਂ ਪਿੰਡ ਧਨਾਸ ਆ ਰਿਹਾ, ਨਾ ਆ ਰਿਹਾ ਡੱਡੂ ਮਾਜਰਾ। ਇਹਦੇ 'ਚ ਤਾਂ ਸਿਰਫ ਤੇ ਸਿਰਫ ਜੇ ਬੈਨੀਫਿਟ ਹੋਣਾ ਹੈ ਤਾਂ ਉਹ ਜਿਹੜੀਆਂ ਪਿੱਛੇ ਵਾਲੀਆਂ ਪ੍ਰੋਪਰਟੀਆਂ ਪਈਆਂ ਹੋਈਆਂ ਨੇ ਬੂਥਗੜ੍ਹ ਤੋਗਾ ਰੋਡ ਤੇ PR4 ਤੇ, ਉਹਨਾਂ ਨੂੰ ਬੈਨੀਫਿਟ ਹੋਣ ਵਾਲਾ ਹੈ। ਬਿਲਕੁਲ। ਇੱਥੇ ਜਿੱਦਾਂ ਹੁਣ ਤੁਸੀਂ ਇਹ ਗੱਲ ਕੀਤੀ ਹੈ ਕਿ ਮੁਨਾਫਾ ਕਿਸੇ ਹੋਰ ਨੂੰ ਆ, ਨਾਮ ਕਿਸੇ ਹੋਰ ਦਾ ਲਾਇਆ ਜਾ ਰਿਹਾ ਸਾਫ਼ ਤੌਰ ਤੇ ਇੱਕ ਤਰੀਕੇ ਦੇ ਨਾਲ। ਇਹ ਜਿਹੜੇ ਲੋਕਾਂ ਨੂੰ ਮੁਨਾਫਾ ਹੋਣਾ ਉਹ ਕੌਣ ਲੋਕ ਨੇ, ਜਾਂ ਤੁਹਾਨੂੰ ਕੀ ਲੱਗਦਾ ਕਿ ਇਹਦੇ ਪਿੱਛੇ ਕੰਮ ਕਿਹੜਾ ਮਾਫੀਆ ਕਰ ਰਿਹਾ ਇਸ ਵੇਲੇ, ਕੀ ਰਿਹਾ ਅਸਲ ਦੇ ਵਿੱਚ, ਤੇ ਤਸਵੀਰ ਕੀ ਪੇਸ਼ ਕੀਤੀ ਜਾ ਰਹੀ ਹੈ? ਦੇਖੋ, ਕਲੋਨੀ ਕੌਣ ਬਣਾ ਸਕਦਾ? ਕਲੋਨੀ 10 ਏਕੜ ਜਾਂ 20 ਏਕੜ ਪ੍ਰੋਪਰਟੀ ਕੌਣ ਖਰੀਦ ਸਕਦਾ ਉਸ ਰੋਡ ਤੇ? ਓਬਵੀਅਸਲੀ ਹੈ ਹਾਈ ਪ੍ਰੋਫਾਈਲ ਲੋਕ ਨੇ, ਚਾਹੇ ਉਹ ਪੋਲੀਟੀਸ਼ੀਅਨ ਕਹਿ ਲਓ ਤੁਸੀਂ, ਜਾਂ ਉਹ ਬਿਊਰੋਕਰੇਟਸ ਨੇ, IAS ਆਫੀਸਰਸ ਨੇ, ਜਿਨ੍ਹਾਂ ਦੀ ਲੈਂਡ ਪਈ ਹੋਈ ਹੈ ਤਾਂ ਔਨ ਰਿਕਾਰਡ ਹੈ। ਜੇ ਕੋਈ ਸਕੂਲ ਬਣ ਗਿਆ ਉੱਥੇ, ਕੋਈ ਸਟੇਡੀਅਮ ਬਣ ਗਿਆ, ਕੋਈ ਕਿਸਾਨ ਤੇ ਨਹੀਂ ਬਣਾਉਣ ਲੱਗਾ ਉੱਥੇ। ਕਿਸਾਨਾਂ ਦੀ ਤਾਂ ਯੂਟੀ ਦੇ ਜਿਹੜੇ ਬਦਕਿਸਮਤੀ ਰਹੀ ਹੈ। ਚੰਡੀਗੜ੍ਹ ਹਰ ਤੋਂ ਸੁਣਦੇ ਅਸੀਂ, ਜਿਹਨਾਂ ਦੀ ਹਿੱਕ ਦੇ ਉੱਤੇ ਚੰਡੀਗੜ੍ਹ ਵਸਿਆ ਜਾਂ ਬਣਿਆ, ਉਹਨਾਂ ਦੇ ਘਰ 2 ਵਕਤ ਦਾ ਖਾਣਾ ਨਹੀਂ ਮਿਲਦਾ। ਜਿਹੜੇ ਕਿਸਾਨ ਔਰ ਜਾਂ ਲੈਂਡ ਓਨਰਸ ਮੇਰੇ ਕਲਾਇੰਟਸ ਨੇ ਇਸ ਵਿੱਚ, ਉਹ ਕੀ ਕਰ ਰਹੇ ਨੇ? ਉਹਨਾਂ ਦੇ ਬੱਚੇ ਉਹ ਟੈਕਸੀਆਂ ਚਲਾ ਰਹੇ ਨੇ। ਇਹ ਜਿਹੜੇ ਇੱਥੇ ਚੰਡੀਗੜ੍ਹ 'ਚ ਆ ਕੇ ਵਸੇ ਹੋਏ ਨੇ ਲੋਕ, ਇਹ ਅਰਬਾਂ ਰੁਪਈਆ, ਖਰਬਾਂ ਰੁਪਈਆ ਕਮਾ ਰਹੇ ਨੇ। ਐਕੁਜੀਸ਼ਨ ਹੁਣ ਇੱਕ ਪ੍ਰੋਪਰਟੀ ਹੈ, ਮਾਰਕੀਟ ਵੈਲਿਊ ਕਹਿੰਦੇ, ਜੋ ਮਾਰਕੀਟ ਵੈਲਿਊ ਅਸੈਸ ਹੋਊਗੀ। ਤੁਸੀਂ ਮੈਨੂੰ ਇਉਂ ਦੱਸੋ, ਜਿਹੜੀ ਪ੍ਰੋਪਰਟੀ 'ਤੇ ਤੁਸੀਂ ਘਰ ਨਹੀਂ ਬਣਾ ਸਕਦੇ, ਤੁਸੀਂ ਮਾਲ ਨਹੀਂ ਬਣਾ ਸਕਦੇ, ਸ਼ਾਪ ਨਹੀਂ ਬਣਾ ਸਕਦੇ, ਸਕੂਲ ਨਹੀਂ ਬਣਾ ਸਕਦੇ, ਕਿਉਂਕਿ ਪੈਰਾਫਰੀ ਐਕਟ ਲੱਗਾ ਹੋਇਆ, ਉਹਦੀ ਕੀਮਤ ਕਿੱਦਾਂ ਵੱਧ ਜੂਗੀ? ਜੇ ਪੈਰਾਫਰੀ ਐਕਟ ਲੱਗਾ 10 ਮਾਈਲਸ ਦੀ ਗੱਲ ਕਰ ਰਿਹਾ, 10 ਮੀਲ ਮਤਲਬ 16 ਕਿਲੋਮੀਟਰ, ਉਹਦੇ ਵਿੱਚ ਪੰਚਕੂਲਾ ਵੀ ਆ ਰਿਹਾ, ਜੀਰਕਪੁਰ ਆ ਰਿਹਾ, ਖਰੜ ਤੱਕ ਆ ਰਿਹਾ। ਇੱਥੇ ਕੋਈ ਪੈਰਾਫਰੀ ਐਕਟ ਨੂੰ ਪੁੱਛਦਾ? 25 ਮੰਜ਼ਿਲਾਂ ਫਲੈਟ ਬਣ ਚੁੱਕੇ ਨੇ। ਕੀ ਦੋਸ਼ ਹੈ ਇਹਨਾਂ ਕਿਸਾਨਾਂ ਦਾ, ਇਹਨਾਂ ਲੈਂਡ ਓਨਰਸ ਦਾ, ਵੀ ਇਹ ਚੰਡੀਗੜ੍ਹ ਦੇ ਵਿੱਚ ਜੰਮ ਪਏ ਇਸ ਕਰਕੇ? ਬਿਲਕੁਲ। ਇੱਥੇ ਜਿਹੜਾ ਤੁਸੀਂ ਪੈਰੀਫਰੀ ਐਕਟ ਦੀ ਗੱਲ ਕਰ ਰਹੇ ਹੋ, ਇਹਦੇ ਵਿੱਚ ਵੀ ਬਹੁਤ ਸਾਰੀਆਂ ਕਹਿੰਦੇ ਨੁਕਤਾਚੀਨੀਆਂ ਨੇ। ਸਾਫ਼ ਤੌਰ ਤੇ ਅਕਸਰ ਕਹਿ ਦਿੱਤਾ ਜਾਂਦਾ ਵੀ ਜਿੱਥੇ ਆਪਣੇ ਪੱਧਰ ਤੇ ਨਜਾਇਜ਼ ਤੌਰ ਤੇ ਫਾਇਦਾ ਲੈਣਾ ਹੁੰਦਾ ਨਾ ਕਈ ਲੋਕਾਂ ਨੇ, ਉੱਥੇ ਇਹ ਪੈਰੀਫਰੀ ਐਕਟ ਕਿਸੇ ਨਾ ਕਿਸੇ ਤਰੀਕੇ ਲਾਗੂ ਕਰਵਾ ਦਿੱਤਾ ਜਾਂਦਾ। ਤੁਸੀਂ ਵੀ ਇਹੀ ਸਮਝਦੇ ਹੋ ਵੀ ਇਸ ਤਰੀਕੇ ਦੇ ਨਾਲ ਹੀ ਇੱਥੇ ਇੰਪਲੀਮੈਂਟੇਸ਼ਨ ਕੀਤੀ? ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਜ਼ੀਰਕਪੁਰ ਦੇ ਵਿੱਚ ਇਹ ਕਾਨੂੰਨ ਲਾਗੂ ਨਹੀਂ ਹੋ ਰਿਹਾ, ਦੂਜੇ ਪਾਸੇ ਲਾਗੂ ਕੀਤਾ ਜਾ ਰਿਹਾ ਕਿਉਂਕਿ ਉੱਥੇ ਜ਼ਮੀਨ ਅਕਵਾਇਰ ਕਰਨੀ ਕਿਸਾਨਾਂ ਦੀ। ਮੈਂ ਤਾਂ ਕਹੀ ਕਹਿ ਰਿਹਾ, ਤੁਸੀਂ ਪੈਰੀਫਰੀ ਐਕਟ ਜਿਹੜਾ ਸਿਰਫ ਤੇ ਸਿਰਫ ਗਰੀਬ ਲੋਕਾਂ ਲਈ ਰਹਿ ਗਿਆ, ਉਹਨੂੰ ਪਿੱਛੇ ਹਟਾਓ। ਉਹ ਆਪਣੀ ਸ਼ਾਪ ਬਣਾਉਣ, ਆਪਣੇ ਪ੍ਰੋਪਰਟੀ ਵੇਚਣ, ਬਿਲਡਰ ਨੂੰ ਵੇਚਣ, ਕਿਸੇ ਹੋਰ ਨੂੰ ਵੇਚਣ। ਕੀ ਇਹ ਐਡਮਿਨਿਸਟ੍ਰੇਸ਼ਨ ਵਾਸਤੇ, ਟੈਕਨੀਕੈਲਿਟੀ ਵਾਸਤੇ, ਜਾਂ ਸਿਰਫ ਇੱਕ ਕਿਤਾਬਾਂ 'ਚ ਬੰਦ ਕਰਕੇ ਰੱਖ ਲਿਆ ਵੀ ਅਸੀਂ ਮਨਾਹੀਆਂ ਕਰੀਏ? ਯੂਟੀ ਐਡਮਿਨਿਸਟ੍ਰੇਸ਼ਨ ਜੋ ਚਾਹੇ ਕਿਸੇ ਪਲਾਟ ਦੀ ਲੀਜ਼ ਦੇ ਰਿਹਾ, ਜਿੱਦਾਂ ਮੈਂ ਪਹਿਲਾਂ ਦੱਸਿਆ ਇੱਕ ਹਸਪੀਟਲ ਲਈ 3.25 ਏਕੜ 81 ਕਰੋੜ 99 ਸਾਲੀ ਲਈ ਦੇ ਰਿਹਾ। ਮਨੀ ਮਾਜਰਾ ਡੱਡੂ ਮਾਜਰਾ ਧਨਾਸ ਤਾਂ ਬਿਲਕੁਲ ਵਿੱਚ ਨੇ, ਚੰਡੀਗੜ੍ਹ ਦੇ 39, 38 ਸੈਕਟਰ 25 ਦੇ ਨਾਲ ਐਡਜੁਆਇਨਿੰਗ ਨੇ। ਇੱਕ ਹੋਰ ਮੈਂ ਦੱਸ ਦੇਣਾ ਚਾਹੁੰਦਾ, ਐਕੁਜੀਸ਼ਨ ਦਾ ਇੱਕੋ ਦੁੱਖ ਨਹੀਂਗਾ, ਇਹਨਾਂ ਦੀ ਪ੍ਰੋਪਰਟੀ ਐਕਵਾਇਰ ਕਰਕੇ, ਉਹ ਵੀ ਹਾਈਲਾਈਟ ਕੀਤਾ
ਪ੍ਰੋਪਰਟੀ ਐਕਵਾਇਰ ਕੀਤੀ ਪਬਲਿਕ ਪਰਪਸ ਦੇ ਲਈ। ਪਬਲਿਕ ਪਰਪਸ ਦੇ ਵਿੱਚ ਕੀ ਕੀਤਾ ਕਿ ਜਿਹੜੇ ਸਲਮ ਡਿਵੈਲਪਰਸ ਬੈਠੇ ਹੋਏ ਸੀ ਝੁੱਗੀਆਂ ਝੌਪੜੀਆਂ ਵਾਲੇ, ਉਹ ਇਹਨਾਂ ਦੇ ਬਿਲਕੁਲ ਜੜ੍ਹਾਂ 'ਚ ਬਿਠਾਤੇ ਨੇ। ਪਿੰਡ ਵਾਲਿਆਂ ਲਈ ਇੰਨੀ ਪ੍ਰੋਬਲਮ ਕ੍ਰੀਏਟ ਹੋ ਰੱਖੀ ਹੈ, ਪ੍ਰੋਪਰਟੀ ਇਹਨਾਂ ਦੀ ਐਕੁਜੀਸ਼ਨ ਕਰਕੇ ਉੱਥੇ ਸਲਮ ਸਲਮ ਦੇ ਲਈ ਫਲੈਟ ਬਣਾਤੇ। ਮੈਂ ਜਾਂ ਇਹ ਲੋਕ ਇਹ ਨਹੀਂ ਕਹਿੰਦੇ ਕਿ ਜਿਹੜੇ ਸਲਮ ਦੇ ਵਿੱਚ ਲੋਕ ਰਹਿੰਦੇ ਨੇ ਉਹਨਾਂ ਨੂੰ ਜਿਉਣ ਦਾ ਅਧਿਕਾਰ ਨਹੀਂ। ਗੱਲ ਇਹ ਹੈ ਕਿ ਜਿਹੜੀ ਪ੍ਰੋਪਰਟੀ ਇਹਨਾਂ ਤੋਂ ਡੰਡਾ ਰੱਖ ਕੇ ਇਹਨਾਂ ਦੇ ਜਾਂ ਇਹਨਾਂ ਦੇ ਕੰਨ ਪਕੜ ਕੇ ਇਹਨਾਂ ਤੋਂ ਅਕਵਾਇਰ ਕੀਤੀ ਜਾਂਦੀ ਹੈ, ਉਹ ਐਦਾਂ ਨਹੀਂ ਹੋਣਾ ਚਾਹੀਦਾ, ਫ੍ਰੀ ਹੋਣਾ ਚਾਹੀਦਾ। ਤੁਸੀਂ ਅਕਵਾਇਰ ਕਰਨੀ ਹੈ ਰੇਟ 'ਤੇ ਦਿਓ। ਇਸ ਪਟੀਸ਼ਨ 'ਚ ਵੀ ਮੈਂ ਇੱਕ ਗੱਲ ਕਰ ਰਿਹਾ। ਹੁਣ ਜਿਹੜੀ ਇਹ ਰੋਡ ਨੂੰ ਪਬਲਿਕ ਪਰਪਸ ਹਾਈਲਾਈਟ ਕਰ ਰਹੇ ਨੇ, ਹਾਂ ਪਬਲਿਕ ਪਰਪਸ ਹੁੰਦਾ ਜੇ ਮਤਲਬ ਡੱਡੂ ਮਾਜਰੇ ਨੂੰ ਕੋਈ ਰੋਡ ਨਾ ਜਾਂਦੀ ਹੁੰਦੀ, ਲਿੰਕ ਰੋਡ ਜਾਂਦੀ ਹੁੰਦੀ, ਧਨਾਸ ਨੂੰ ਰੋਡ ਨਾ ਜਾਂਦੀ ਹੁੰਦੀ, ਫਿਰ ਇਹਦਾ ਪਰਪਸ ਸੀਗਾ ਵੀ ਹਾਂ ਇਹ ਰੋਡ ਨਿਕਲਣ ਨਾਲ ਆਵਾਜਾਈ ਦਾ ਸਾਧਨ ਖੁੱਲ੍ਹੇਗਾ। ਵਿੱਚ ਲਿਖ ਰਹੇ ਨੇ ਅਸੈਸਮੈਂਟ ਦੇ ਵਿੱਚ ਐਕਟੀਵਿਟੀ ਆਲਰੇਡੀ ਹੈਗੀ ਆ, ਪਰ ਉਹਨੂੰ ਤਰੀਕੇ ਨਾਲ ਇਸ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਕਿ ਅਸੀਂ ਪਬਲਿਕ ਪਰਪਸ ਲਈ ਕਰ ਰਹੇ ਹਾਂ, ਪਰ ਪਰਪਸ ਕੋਈ ਹੋਰ ਹੈ। ਪਰ ਇਹਦੇ ਵਿੱਚ ਜੇ ਅਸੀਂ ਗੱਲ ਕਰੀਏ, ਜਿੱਦਾਂ ਹੁਣ ਤੁਸੀਂ ਜ਼ਿਕਰ ਕਰ ਰਹੇ ਹੋ, ਕਿਸਾਨ ਕੀ ਮੰਗ ਰਹੇ ਨੇ ਜਿਨ੍ਹਾਂ ਦੀ ਜ਼ਮੀਨ ਅਕਵਾਇਰ ਹੋਣੀ ਆ ਇਸ ਵੇਲੇ? ਤਾਂ ਤੁਸੀਂ ਸਾਫ਼ ਤੌਰ 'ਤੇ ਦੱਸਿਆ ਕਿ ਜਿਹੜਾ ਇੱਕ ਹਿਸਾਬ ਨਾਲ ਪੰਜਾਬ ਦੀ ਅਸੀਂ ਗੱਲ ਕਰਦੇ DC ਰੇਟ ਹੁੰਦਾ ਜਿਹੜਾ ਉਹ ਅਕਵਾਇਰ ਕਰਨ ਲੱਗੇ ਲੈਂਦੇ ਨੇ, ਤਾਂ ਉਹ ਤੁਸੀਂ ਦੱਸ ਰਹੇ ਹੋ ਵੀ 2 ਕਰੋੜ ਦੇ ਨਜ਼ਦੀਕ ਬਣਦਾ, ਤੇ ਕਿਸਾਨ ਕੀ ਡਿਮਾਂਡ ਕਰ ਰਹੇ ਨੇ? ਦੇਖੋ, ਕਿਸਾਨ ਤਾਂ ਡਿਮਾਂਡ ਕਰ ਰਿਹਾ ਵੀ ਮੇਰਾ 25 ਕਰੋੜ ਨੂੰ ਜਾਵੇ ਘੱਟ ਤੋਂ ਘੱਟ, ਕਿਉਂਕਿ ਇੱਕ ਕਲੈਕਟਰ ਰੇਟ ਹੈ, ਇੱਕ ਮਾਰਕੀਟ ਰੇਟ ਹੈ। ਦੀਜ਼ ਆਰ ਬੋਥ ਡਿਫਰੈਂਟ ਕੰਸਰਨਸ। ਕਲੈਕਟਰ ਰੇਟ ਹੁੰਦਾ ਜਿਹੜਾ ਘੱਟ ਤੋਂ ਘੱਟ ਕੀਮਤ ਹੈ, ਜਿਹਦੇ 'ਤੇ ਤੁਹਾਨੂੰ ਸਟੈਂਪ ਡਿਊਟੀ ਲਾਣੀ ਉਹ ਪੈਣੀ ਹੈ, ਜਿਹੜੀ ਤੁਸੀਂ ਕਹਿੰਦੇ ਹੋ ਆਪਣੀ ਰਜਿਸਟਰੀ ਫੀਸ ਲੱਗਦੀ ਹੈ। ਮਾਰਕੀਟ ਵੈਲਿਊ ਤਾਂ ਇਹ ਮੈਂ ਨਹੀਂ ਕਹਿੰਦਾ, ਸੁਪਰੀਮ ਕੋਰਟ ਨੇ 10 ਜੱਜਮੈਂਟ ਕਿਹਾ ਜੇ ਕਲੈਕਟਰ ਰੇਟ 15 ਰੁਪਏ ਹੈ ਤਾਂ ਮਾਰਕੀਟ ਵੈਲਿਊ 20 ਰੁਪਏ ਹੁੰਦੀ ਹੈ ਉਸ ਲੋਕੈਲਿਟੀ ਦੀ। ਹਰ ਕੋਈ ਰੇਟ ਘੱਟ 'ਤੇ ਆ ਕੇ ਰਜਿਸਟਰੀ ਕਰਾਉਂਦਾ। ਇਹ ਜਿਹੜੀ ਰੇਟ 2 ਕਰੋੜ ਐਗਰੀਕਲਚਰ ਮਾਸਟਰ ਪਲਾਨ ਕਹਿੰਦਾ ਚੰਡੀਗੜ੍ਹ ਦੇ ਵਿੱਚ ਕੋਈ ਲੈਂਡ ਐਗਰੀਕਲਚਰ ਲੈਂਡ ਰਹੀ ਹੈ, ਹੁਣ ਸਾਰੀ ਅਰਬਨ ਹੋ ਗਈ ਹੈ। ਕੋਈ ਕਲੈਕਟਰ ਰੇਟ ਤਾਂ ਜਿਹੜਾ 2 ਕਰੋੜ ਇਹ ਸ਼ੋਅ ਕਰ ਰਹੇ ਆ 188, ਉਹ ਰਜਿਸਟਰੀਆਂ ਦਿਖਾ ਰਹੇ ਆ ਕੋਈ ਪੁਰਾਣੀਆਂ, ਉੱਥੇ ਤਾਂ ਰਜਿਸਟਰੀ ਹੋਏ ਨਹੀਂ ਰਹੀ। ਕਿਉਂ ਨਹੀਂ ਹੋ ਰਹੀ? ਮਾਰਕੀਟ ਅਸੈਸ ਨਹੀਂ ਹੋ ਰਹੀ। ਇਹਦੇ ਵਿੱਚ ਮੈਂ ਇਹ ਵੀ ਇਹ ਮੰਗ ਕੀਤੀ ਹੈ, ਐਜ਼ ਪਰ ਸੈਕਸ਼ਨ 26 ਆਫ ਰਾਈਟ ਟੂ ਫੇਅਰ ਕੰਪਨਸੇਸ਼ਨ RFCT-LARR Act of 2013, ਦੀ ਰੇਟ ਆਫ ਵਿਸਿਨਿਟੀ ਦੇ ਵਿੱਚ ਆ ਗਿਆ ਜਿਹੜਾ ਐਡਜੋਇਨਿੰਗ ਲੈਂਡ ਹੈ, 38 ਸੈਕਟਰ ਨਾਲ ਲੱਗਦਾ, ਮਿਲਕ ਕਲੋਨੀ ਧਨਾਸ ਲੱਗਦੀ ਹੈ। ਮਾਰਕੀਟ ਰੇਟ ਪ੍ਰਵੇਲਿੰਗ ਇਨ ਦੈਟ ਲੋਕੈਲਿਟੀ ਸ਼ੁੱਡ ਬੀ ਕੰਸਿਡਰ ਐਜ਼ ਦੀ ਮਾਰਕੀਟ ਰੇਟ ਫਾਰ ਦਿਸ ਲੋਕੈਲਿਟੀ। ਇਹ ਵੀ ਕੋਰਟ ਦੇ ਵਿੱਚ ਕੰਸਿਡਰ ਹੋਏਗਾ ਕਿ ਵੀ ਕੀ ਇਹ ਰੇਟ ਜਿਹੜਾ ਹੈ ਇਹ ਕੰਸਿਡਰ ਕਰਨਾ ਬਣਦਾ। ਜਾਣੀ ਕਿ ਇੱਕ ਜਿਹੜਾ ਤਰਕ ਦਿੱਤਾ ਜਾ ਰਿਹਾ, ਤੁਸੀਂ ਦੱਸਿਆ ਕਿ ਪਬਲਿਕ ਪਰਪਸ ਲਈ ਇਹਨੂੰ ਪੇਸ਼ ਕੀਤਾ ਜਾ ਰਿਹਾ, ਪਰ ਪਰਪਸ ਇਹਦਾ ਹੈਗਾ ਅਰਬਨਾਈਜੇਸ਼ਨ ਇੱਕ ਹਿਸਾਬ ਦੇ ਨਾਲ ਆਪਾਂ ਮੰਨ ਲਈਏ। ਤੇ ਜੇ ਅਰਬਨਾਈਜੇਸ਼ਨ ਦੇ ਹਿਸਾਬ ਦੇ ਨਾਲ ਇਸ ਮਾਮਲੇ ਨੂੰ ਲਿਆ ਜਾਂਦਾ, ਕਿਸਾਨਾਂ ਨੂੰ ਕੀ ਰਾਹਤ ਮਿਲਣ ਵਾਲੀ ਹੈ? ਜਿਨ੍ਹਾਂ ਦੀ ਜ਼ਮੀਨ ਅਕਵਾਇਰ ਹੋਣੀ ਆ ਬਾਈ ਹੁੱਕ ਬਾਈ ਕਰੂਕ ਉਹਨਾਂ ਨੇ ਕਰਨੀ ਹੈ, ਤੇ ਤੁਹਾਨੂੰ ਕੀ ਲੱਗਦਾ ਫਿਰ ਉਸ ਦੇ ਨਾਲ ਕੀ ਲਾਹਾ ਮਿਲ ਜੂਗਾ ਕਿਸਾਨਾਂ ਨੂੰ? ਅਰਬਨਾਈਜੇਸ਼ਨ ਦੇ ਨਾਲ 20% ਤਾਂ ਇਹਨਾਂ ਨੂੰ ਡਿਵੈਲਪਡ ਲੈਂਡ ਦੇਣੀ ਪੈਣੀ ਹੈ। ਜਿੱਦਾਂ ਸ਼ੋਰੂਮ ਦੇ ਲੈਂਡ ਪੂਲਿੰਗ ਦਾ ਸੁਣਿਆ ਹੋਣਾ ਤੁਸੀਂ, ਉਹ ਲੈਂਡ ਪੂਲਿੰਗ ਉਹੀ ਹੁੰਦੀ ਹੈ ਵੀ ਡਿਵੈਲਪਡ ਜਿਹੜਾ ਆਲਰੇਡੀ ਡਿਵੈਲਪਡ ਆ ਉੱਥੇ ਤੁਸੀਂ ਇਹਨਾਂ ਨੂੰ ਚਾਹੇ ਕਮਰਸ਼ੀਅਲ ਸ਼ੋਰੂਮ ਦਿਓ ਜਾਂ ਕੋਈ ਹੋਰ ਪ੍ਰੋਪਰਟੀ ਪ੍ਰੋਵਾਈਡ ਕਰੋ। ਇੱਕ ਦੂਜੇ ਨੰਬਰ 'ਤੇ ਜਦੋਂ ਅਰਬਨਾਈਜੇਸ਼ਨ 'ਚ ਜਾਂਦਾ ਪਹਿਲਾਂ ਹੀ ਉਹ ਕਮਰਸ਼ੀਅਲ ਬਣ ਜਾਂਦਾ। ਕਮਰਸ਼ੀਅਲ ਰੇਟ ਆਲਵੇਜ਼ ਡਬਲ ਟੂ ਦੀ ਐਗਰੀਕਲਚਰਲ ਲੈਂਡ। ਹੁਣ ਮੈਂ ਤੁਹਾਨੂੰ ਇੱਕ ਹੋਰ ਹਾਈਲਾਈਟ ਕਰ ਦੇਣਾ ਚਾਹੁੰਦਾ, ਫਤਿਹਗੜ੍ਹ ਸਾਹਿਬ ਡਿਸਟ੍ਰਿਕਟ ਦੇ 8 ਪਿੰਡਾਂ ਦਾ ਇੱਕ ਮੈਟਰ ਹੈਗਾ ਜਿਹੜਾ ਕਿ 2017 'ਚ ਮੈਂ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਤੋਂ ਦੋਹਰੇ ਬੈਂਚ ਤੋਂ ਡਿਸੀਜ਼ਨ ਹੋਇਆ। 31/5/2017 ਦਾ ਡਿਸੀਜ਼ਨ ਹੈ, ਉਹ ਜੱਜਮੈਂਟ ਹੈ। ਉਹਦੇ 'ਚ 1.75 ਕਰੋੜ ਪੌਣੇ 2 ਅਰਬ ਕਰੋੜ ਅਮਾਊਂਟ ਰਿਲੀਜ਼ ਕਰਾਈ ਆ ਉਹ ਪਿੰਡ ਵਾਲਿਆਂ ਨੂੰ, ਔਰ ਜੋ ਰੇਟ ਉੱਥੇ ਰੇਟ ਦਿੱਤਾ ਗਿਆ ਉਹ ਦਿੱਤਾ ਗਿਆ 2 ਕਰੋੜ 35 ਲੱਖ। ਫਤਿਹਗੜ੍ਹ ਸਾਹਿਬ ਆਪਾਂ ਤਾਂ ਉਹਨੂੰ ਰਿਮੋਟ ਏਰੀਆ ਕਹਿੰਦੇ ਆ। ਇੱਕ ਯੂਟੀ ਤੁਸੀਂ ਚੰਡੀਗੜ੍ਹ ਦਾ ਨਾਂ ਲੈ ਕੇ ਬੰਦਾ ਪਿੱਛੇ ਦੌੜ ਜਾਂਦਾ ਵੀ ਹਾਂ ਉੱਥੇ ਅਸੀਂ ਪਲਾਟ ਜਾਂ ਇੱਕ ਘਰ ਨਹੀਂ ਖਰੀਦ ਸਕਦੇ ਕਿਉਂਕਿ ਰੇਟ ਹੀ ਇੰਨਾ ਅਸਮਾਨ 'ਤੇ ਚੜ੍ਹਿਆ ਹੋਇਆ। ਜਿਹੜਾ ਮੈਂ ਤੇ ਇਹਨਾਂ ਦਾ ਹੱਕ ਪ੍ਰੈਜ਼ੈਂਟ ਕਰ ਰਿਹਾ ਹਾਈ ਕੋਰਟ ਦੇ ਵਿੱਚ, ਮੈਂ ਉਹ ਇਹ ਕਰ ਰਿਹਾ ਕਿ ਇਹ ਜ਼ਿਆਦਤੀ ਨਹੀਂ ਕਿਸੇ ਨਾਲ। ਇੱਕ ਤਾਂ ਤੁਸੀਂ ਉਹਨਾਂ ਦੀ ਜ਼ਮੀਨ ਖੋਹ ਰਹੇ ਹੋ, ਉਹ ਤੋਂ ਬਾਅਦ ਉਹਨਾਂ ਨੂੰ ਜਲੀਲ ਕਰ ਰਹੇ ਹੋ। ਉਹਨਾਂ ਨੂੰ ਤੁਸੀਂ ਰੇਟ ਦਾ ਕੋਈ ਇੱਕ ਹੁੰਦਾ ਚਲੋ ਥੋੜ੍ਹਾ ਬਹੁਤ ਘੱਟ ਵੱਧ ਹੋਏ, ਇਹ ਤਾਂ ਜ਼ਮੀਨ ਆਸਮਾਨ ਦਾ ਫਰਕ ਹੋ ਗਿਆ ਨਾ। ਪਹਿਲਾਂ ਵੀ ਉਹ ਲੋਕੀ ਦੱਸ ਰਹੇ ਆ ਵੀ ਕਿਸੇ ਨੇ ਫਾਈਟ ਕੀਤਾ ਨਹੀਂ ਕੀਤਾ, ਬਟ ਜਦੋਂ ਦਾ ਮੈਟਰ ਇਹ ਮੇਰੇ ਕੋਲ ਆਇਆ ਹੈ
ਇਹ 'ਚ ਪੂਰਾ ਉਮੀਦ ਵੀ ਹੈ ਕੋਰਟ ਤੇ, ਜਿਸ ਹਿਸਾਬ ਨਾਲ ਇਹ ਕੇਸ ਤਿਆਰ ਕਰਕੇ ਪ੍ਰੈਜ਼ੈਂਟ ਕੀਤਾ ਗਿਆ ਹੈ, ਉਹ ਉਹੀ ਅੱਜ ਰੀਜ਼ਨ ਹੈ ਕਿ ਕੋਰਟ ਨੇ ਨੋਟਿਸ ਮੇਨ ਕੇਸ 'ਚ ਕੀਤਾ, ਨੋਟਿਸ ਕੋ ਜਿਹੜੀ ਸਟੇ ਐਪਲੀਕੇਸ਼ਨ ਆ ਉਹਦੇ ਤੇ ਵੀ ਨੋਟਿਸ ਕੀਤਾ, ਔਰ ਯੂਟੀ ਦੇ ਸਟੈਂਡਿੰਗ ਕੌਂਸਲ ਨੂੰ ਅੱਜ ਹੀ ਸਰਵ ਕਰਵਾ ਦਿੱਤਾ, ਔਰ ਰਿਪਲਾਈ ਫਾਈਲ ਕਰਨ ਲਈ ਉਹਨਾਂ ਨੇ ਟਾਈਮ ਲੈ ਲਿਆ। 18 ਮਈ 2020 ਅਵਾਰਡ ਪ੍ਰਨਾਊਂਸ ਕਰਨਾ ਸੀ ਯੂਟੀ ਨੇ, 13 ਤਰੀਕ ਨੂੰ ਨੋਟਿਸ ਕੀਤਾ, 5 ਦਿਨ ਦਿੱਤੇ ਜਿਹ 'ਚ 2 ਛੁੱਟੀਆਂ ਸੀਗੀਆਂ। ਤੋ ਪਿਛਲੇ ਹਫਤੇ ਹੀ ਕੋਰਟ ਦੇ ਵਿੱਚ ਸਪੈਸ਼ਲ ਮੈਂਸ਼ਨਿੰਗ ਕਰਕੇ ਰਿਕੁਐਸਟ ਕਰਕੇ ਕੇਸ ਅੱਜ ਆਨਰੇਬਲ ਚੀਫ ਜਸਟਿਸ ਦੇ ਦੋਹਰੇ ਬੈਂਚ ਨੇ ਸੁਣਵਾਈ ਕੀਤੀ, ਔਰ ਇਹ ਦੇਖਿਆ ਵੀ ਇਸ ਮੈਟਰ ਦੇ ਵਿੱਚ ਜੋ ਹੁਣ ਤਾਈਂ ਉਸ ਤੋਂ ਬਾਅਦ ਹੀ ਨੋਟਿਸ ਕੀਤਾ ਜਾਂਦਾ ਹੈ। ਸੋ ਉਹ ਨੋਟਿਸ ਕਰਕੇ ਇਹਨਾਂ ਨੂੰ ਪੁੱਛਿਆ, ਰਿਪਲਾਈ ਮੰਗੀ ਹੈ। ਜੇ ਹੁਣ ਅਸੀਂ ਇਸ ਮਾਮਲੇ ਦੀ ਗੱਲ ਕਰੀਏ, ਤੁਸੀਂ ਸਿੱਧੇ ਤੌਰ ਤੇ ਦੱਸਿਆ ਕਿ ਕਿਤੇ ਨਾ ਕਿਤੇ ਬਹੁਤ ਵੱਡੇ ਵੱਡੇ ਅਫਸਰ ਤੇ ਬਹੁਤ ਵੱਡੇ ਵੱਡੇ ਸਿਆਸਤਦਾਨ ਇਸ ਦੇ ਵਿੱਚ ਜਿਹੜੇ ਜ਼ਮੀਨ ਜਿਨ੍ਹਾਂ ਨੇ ਉੱਧਰ ਲਈਆਂ ਨੇ ਉਹਨਾਂ ਦੀ ਸ਼ਮੂਲੀਅਤ ਹੋ ਸਕਦੀ ਆ, ਉਹਨਾਂ ਦਾ ਪ੍ਰੈਸ਼ਰ ਵੀ ਰਹੂਗਾ ਇਸ ਕੇਸ ਤੇ। ਹੁਣ ਤੁਸੀਂ ਉਸ ਪ੍ਰੈਸ਼ਰ ਨੂੰ ਕਿਵੇਂ ਦੇਖਦੇ ਹੋ, ਕਿਵੇਂ ਉਸ ਚੀਜ਼ ਨਾਲ ਨਜਿੱਠਣਾ ਆਉਣ ਵਾਲੇ ਦਿਨਾਂ ਦੇ ਵਿੱਚ, ਕਿਉਂਕਿ ਇਸ ਵੇਲੇ ਹਾਈ ਕੋਰਟ ਤਾਂ ਤੁਹਾਡੇ ਹੱਕ ਦੇ ਵਿੱਚ ਨਜ਼ਰ ਆ ਰਿਹਾ। ਦੇਖੋ, ਹਾਈ ਕੋਰਟ ਨੇ ਕਾਨੂੰਨ ਦੇ ਮੁਤਾਬਕ ਜਾਣਾ ਹੈ। ਕੋਰਟ ਨੇ ਦੇਖਣਾ ਵੀ ਜੋ ਕੰਟੈਂਸ਼ਨਸ ਲੀਗਲੀ ਉਹ ਸਸਟੇਨ ਕਰਦੀਆਂ। ਹੁਣ ਜਿਵੇਂ ਇੱਕ ਕੰਟੈਂਸ਼ਨ ਸੀ, ਇਹ ਰੋਡ ਜਿਹੜੀ ਹੈ, ਇਹ ਰੋਡ ਤੋਂ ਜਸਟ ਅੱਧਾ ਕਿਲੋਮੀਟਰ ਅੱਗੇ, ਇਹ ਰੋਡ ਜਦੋਂ ਆਪਾਂ ਇਸ 38 ਵੈਸਟ ਤੋਂ 25 ਔਰ 38 ਵੈਸਟ ਤੋਂ ਜਿਸ ਤਰਫ ਕੂੜੇ ਵਾਲਾ ਢੇਰ ਹੈ, ਮਾਰਵਲ ਮਾਰਕੀਟ ਹੈ, ਬਹੁਤ ਮਸ਼ਹੂਰ ਹੈ, ਮਾਰਵਲ ਮਾਰਕੀਟ ਵੱਲ ਨੂੰ ਜਾਂਦੇ ਆ। ਉੱਥੇ ਜਿੱਥੇ ਮਾਰਵਲ ਮਾਰਕੀਟ ਦਾ ਅੱਧਾ ਕਿਲੋਮੀਟਰ ਅੱਗੇ ਜਾ ਕੇ ਖੱਬੇ ਹੱਥ ਨੂੰ ਅਕਵਾਇਰ ਕਰਨ ਜਾ ਰਹੇ ਨੇ ਇਹ ਲੈਂਡ ਰੋਡ ਬਣਾਉਣ ਲਈ। ਉਸੇ ਰੋਡ ਤੋਂ ਜੇ ਅਸੀਂ ਕਿਲੋਮੀਟਰ ਅੱਗੇ ਜਾਂਦੇ ਆ, ਇੱਧਰ PGI ਤੋਂ ਜਿਹੜਾ ਮੱਧੇ ਮਾਰਗ ਆਉਂਦਾ ਹੈ, ਉਹ ਰੋਡ ਕਨੈਕਟ ਹੋ ਜਾਂਦਾ ਇਹਦੇ ਨਾਲ। ਉਹੀ ਰੋਡ ਸਿਸਵਾ ਵਾਲੇ ਰੋਡ ਨੂੰ, ਜਿੱਥੇ ਓਮੈਕਸ ਬਣਿਆ, 200 ਫੁੱਟ ਰੋਡ ਆਲਰੇਡੀ ਕਨੈਕਟੀਵਿਟੀ ਹੈਗੀ ਆ ਪੰਜਾਬ ਨੂੰ। ਹੁਣ ਇਹ ਕਹੀਏ ਨੇ ਕਨੈਕਟੀਵਿਟੀ ਦੇਣੀ ਹੈ, ਕਨੈਕਟੀਵਿਟੀ ਤਾਂ ਆਲਰੇਡੀ ਹੈ ਹੀ ਹੈ। ਜੋ ਸਿਸਵਾ ਵਾਲਾ ਰੋਡ ਹੈ 200 ਫੁੱਟ ਰੋਡ ਹੈ, ਉਹ ਤੋਂ ਅੱਧਾ ਕਿਲੋਮੀਟਰ ਪਹਿਲਾਂ ਕਿਹੜੀ ਕਨੈਕਟੀਵਿਟੀ ਦੀ ਲੋੜ ਹੈ? ਇਹ ਜੈਨੂਅਨ ਕੰਸਰਨ ਹੈ, ਇਹ ਸੱਚਾ ਕੰਸਰਨ ਹੈ ਲੈਂਡ ਓਨਰਸ ਦਾ। ਤੁਸੀਂ ਅਕਵਾਇਰ ਕਰਨੀ ਹੈ, ਲੈਂਡ ਅਕਵਾਇਰ ਕਰੋ, ਪਰ ਇਹ ਨਾ ਕਰੋ, ਜ਼ਿਆਦਤੀ ਨਹੀਂ ਹੋਣੀ ਚਾਹੀਦੀ। ਔਰ ਇਹ ਜ਼ਿਆਦਤੀ ਦੇ ਕਾਰਨ ਹੀ ਕੋਰਟ ਦੇ ਅੱਗੇ ਅਸੀਂ ਪ੍ਰੈਜ਼ੈਂਟ ਹੋਏ ਹਾਂ। ਜਿੱਥੋਂ ਤੱਕ ਪ੍ਰੈਸ਼ਰ ਜਾਂ ਜੋ ਇਹਨਾਂ ਦਾ ਪ੍ਰੈਸ਼ਰ ਐਡਮਿਨਿਸਟ੍ਰੇਸ਼ਨ 'ਤੇ ਹੋ ਸਕਦਾ, ਵੈਸੇ ਜੁਡੀਸ਼ਰੀ ਇੱਕ ਇੰਡੀਪੈਂਡੈਂਟ ਬੋਡੀ ਹੈ। ਮੈਨੂੰ ਨਹੀਂ ਲੱਗਦਾ ਜੁਡੀਸ਼ਰੀ ਨੂੰ ਕਿਸੇ ਵੀ ਕਿਸਮ ਦਾ ਕੋਈ ਆਉਣ ਵਾਲੇ ਫਿਊਚਰ ਦੇ ਵਿੱਚ ਕੋਈ ਪ੍ਰੈਸ਼ਰ ਲੈਣਾ ਚਾਹੀਦਾ, ਸਗੋਂ ਇਹ ਡਿਸਾਈਡ ਕਰਨਾ ਚਾਹੀਦਾ। ਇਹ ਮੁੱਦਾ ਇੱਕ ਕਿਸਾਨ ਜਾਂ ਇੱਕ ਲੈਂਡ ਓਨਰ ਦਾ ਮੁੱਦਾ ਨਹੀਂ, ਇਹ ਜਿੰਨੇ ਹੁਣ ਤੱਕ ਜਿਨ੍ਹਾਂ ਦੇ ਨਾਲ ਧੱਕਾ ਹੋਇਆ, ਉਹ ਸਾਰਿਆਂ ਨੂੰ ਇੱਕ ਮੱਲਮ ਦਾ ਕੰਮ ਕਰੂਗਾ ਅਗਰ ਕੋਈ ਡਿਸੀਜਨ ਫੇਵਰੇਬਲ ਆਉਂਦਾ ਹੈ। ਬਿਲਕੁਲ, ਅਕਸਰ ਜਦੋਂ ਅਸੀਂ ਇੱਦਾਂ ਦੇ ਕੇਸਾਂ ਦੀ ਗੱਲ ਕਰਦੇ ਹਾਂ ਤਾਂ ਅਕਸਰ ਕਈ ਵੇਲੇ ਇਹ ਹੋ ਜਾਂਦਾ ਕਿ ਬਹੁਤ ਲੰਮਾ ਸਮਾਂ ਲੱਗ ਜਾਂਦਾ, ਕਿਸਾਨਾਂ ਦੀਆਂ ਉਮਰਾਂ ਵੀ ਬੀਤ ਜਾਂਦੀਆਂ ਆਪਣੇ ਹੱਕ ਲੈਂਦਿਆਂ ਨੂੰ, ਕਿਉਂਕਿ ਅਸੀਂ ਆਲਰੇਡੀ ਦੇਖ ਚੁੱਕੇ ਹਾਂ ਬਹੁਤ ਸਾਰੇ ਕੇਸ ਇੱਦਾਂ ਦੇ ਨੇ ਜਿੱਥੇ ਜ਼ਮੀਨਾਂ ਅਕਵਾਇਰ ਕਰ ਵੀ ਲਈਆਂ ਗਈਆਂ। ਐਰੋ ਸਿਟੀ ਦੀ ਅਸੀਂ ਗੱਲ ਕਰ ਲਈਏ, ਜ਼ਮੀਨਾਂ ਅਕਵਾਇਰ ਕਰ ਵੀ ਲਈਆਂ ਗਈਆਂ, ਪੈਸੇ ਹਲੇ ਤੱਕ ਨਹੀਂ ਕਿਸਾਨਾਂ ਨੂੰ ਮਿਲੇ, ਤਾਂ ਉਹ ਆਪਣੇ ਸੰਘਰਸ਼ ਉਡੀਕਣ ਦੀ ਕੋਸ਼ਿਸ਼ ਕਰਦੇ ਰਹਿੰਦੇ ਨੇ। ਤਾਂ ਤੁਸੀਂ ਕਿਵੇਂ ਦੇਖਦੇ ਹੋ ਵੀ ਕਿਸਾਨਾਂ ਦੇ ਨਾਲ ਹੀ ਕਿਉਂ ਧੱਕਾ ਹੋ ਰਿਹਾ ਹੈ? ਦੇਖੋ, ਇਹ ਜਿਹੜਾ ਨਵਾਂ ਐਕਟ ਹੈ, ਇਟ ਇਜ਼ RFCT LARR ਐਕਟ, ਰਾਈਟ ਟੂ ਫੇਅਰ ਕੰਪਨਸੇਸ਼ਨ ਐਕਟ ਆਫ 2013, ਬਹੁਤ ਜ਼ਿਆਦਾ ਲੈਂਡ ਓਨਰਸ ਦੇ ਹੱਕ ਵਿੱਚ ਹੈ ਇਹ। ਔਰ ਇਸ ਦੇ ਮੁਤਾਬਕ ਪੋਜੈਸ਼ਨ ਪ੍ਰੋਪਰਟੀ ਦਾ ਉਨੀ ਦੇਰ ਤੱਕ ਲਿਆ ਨਹੀਂ ਜਾ ਸਕਦਾ ਜਿੰਨੀ ਦੇਰ ਤੱਕ ਅਮਾਊਂਟ ਆਫ ਕੰਪਨਸੇਸ਼ਨ ਹੈ ਜਿਹੜੀ ਉਹਨਾਂ ਦੇ ਅਕਾਊਂਟ ਵਿੱਚ ਜਾਂ ਟਰੈਜਰੀ ਦੇ ਵਿੱਚ ਡਿਪੋਜ਼ਿਟ ਨਹੀਂ ਕਰਾਈ ਜਾਂਦੀ। ਅਮਾਊਂਟ 'ਤੇ ਨਹੀਂ ਕੁਐਸਚਨ ਹੈ, ਅਮਾਊਂਟ ਤਾਂ ਦੇਣੀ ਪਏਗੀ। ਅਮਾਊਂਟ ਦੇਣੀ ਕਿੰਨੀ ਆ ਉਹ ਡਿਸਪਿਊਟਡ ਹੈ। ਔਰ ਜੁਡੀਸ਼ਰੀ ਦੇਖੋ, ਕੋਰਟ ਹੈ ਹੁਣ, ਲੋਕਡਾਊਨ ਦੀ ਵਜ੍ਹਾ ਨਾਲ ਕੋਰਟ ਨਹੀਂ ਚੱਲਦੀ ਸੀ, ਰਿਕੁਐਸਟ ਕੀਤੀ ਈਵਨ ਦੋ ਕਿ ਕਾਫੀ ਜ਼ਿਆਦਾ ਐਫਰਟ ਕਰਨੇ ਪਏ, ਪਰ ਕੇਸ ਲਿਸਟ ਹੋ ਗਿਆ। ਜਦੋਂ ਲੈਂਡ ਓਨਰਸ ਪਹੁੰਚੇ, ਲੈਂਡ ਐਕੁਜੀਸ਼ਨ ਆਫਿਸਰ ਸੈਕਟਰ 17 'ਚ, ਇਹ 2 ਘੰਟੇ ਬੈਠੇ ਰਹੇ ਉੱਥੇ। ਫਿਰ ਇਹਨਾਂ ਨੂੰ ਮੈਸੇਜ ਲਗਾਇਆ ਕਿ ਵੀ ਅੱਜ ਅਸੀਂ ਅਵਾਰਡ ਨਹੀਂ ਸੁਣਾਉਣਾ, ਹੁਣ ਤੁਸੀਂ ਵਾਪਸ ਜਾਓ। ਅਗਰ ਅਸੀਂ ਜੋ ਕੋਰਟ ਦਾ ਡਿਸੀਜ਼ਨ ਆਏਗਾ ਜਾਂ ਕੋਰਟ ਜਿੱਦਾਂ ਸਾਨੂੰ ਡਾਇਰੈਕਟ ਕਰੇਗਾ, ਇਹ ਵਰਬਲ ਉਹਨਾਂ ਨੇ ਕਿਹਾ, ਰਿਟਨ ਨਹੀਂ ਕਿਤੇ ਦਿੱਤਾ, ਵਾਪਸ ਇਹਨਾਂ ਨੂੰ ਭੇਜਿਆ ਗਿਆ। ਔਰ ਇਹ ਕਿਹਾ ਗਿਆ ਵੀ ਹੁਣ ਇਹਦਾ ਮਤਲਬ ਇਹ ਹੋ ਗਿਆ, ਜੋ 13/5/2018 ਨੂੰ ਨੋਟਿਸ ਇਸ਼ੂ ਕੀਤਾ ਸੀ ਲੈਂਡ ਐਕੁਜੀਸ਼ਨ ਕਲੈਕਟਰ ਨੇ ਅਵਾਰਡ ਸੁਣਾਉਣ ਦੇ ਲਈ, ਉਹ ਤਾਂ ਖਤਮ ਹੋ ਗਿਆ ਨਾ, ਕਿਉਂਕਿ ਉਹਦੇ ਲਈ ਅੱਜ ਡੇਟ ਫਿਕਸ ਸੀ, ਉਹ ਖਤਮ ਹੋ ਗਿਆ। ਅਵਾਰਡ ਅੱਜ ਨਹੀਂ ਸੁਣਾ ਪਾਏ।
ਜੇ ਕੋਰਟ 'ਚ ਗਏ, ਕੋਰਟ 'ਚ ਕੋਈ ਆਰਡਰ ਹੋਇਆ, ਹੀਅਰਿੰਗ ਹੋਈ, ਨੋਟਿਸ ਹੋਇਆ, ਨੋਟਿਸ ਇਨ ਦੈਟ ਇਜ਼ ਦੀ ਸਟੇ ਐਪਲੀਕੇਸ਼ਨ ਹੋਇਆ, ਤਦ ਜਾ ਕੇ ਹੀ ਰਿਲੀਫ ਮਿਲੀ ਹੈ। ਆਖਰੀ ਸਵਾਲ ਮੇਰਾ ਵੀ ਜਿਹੜਾ ਹੁਣ ਤੁਸੀਂ ਇਹ ਨਵੇਂ ਐਕਟ ਦੀ ਗੱਲ ਕਰਦੇ ਹੋ ਕਿ ਇਹਦੇ ਨਾਲ ਕਿਸਾਨਾਂ ਦੇ ਹੱਕ ਦੀ ਆਵਾਜ਼ ਬਣੂਗਾ ਇਹ ਐਕਟ ਜਿਹੜਾ, ਤੇ ਨਾਲ ਦੀ ਨਾਲ ਜਿਹੜਾ ਇੱਕ ਵੱਡਾ ਮਾਫੀਆ ਵੱਡੇ ਪੱਧਰ ਤੇ ਕੰਮ ਕਰ ਰਿਹਾ, ਪੰਜਾਬ ਦੀ ਗੱਲ ਕਰ ਲਈਏ ਜਾਂ ਚੰਡੀਗੜ੍ਹ ਦੇ ਆਲੇ ਦੁਆਲੇ ਖੇਤੇ ਜਿੰਨੇ ਵੀ ਹੋ ਗਏ ਇਸ ਵੇਲੇ, ਕਿਉਂਕਿ ਚੰਡੀਗੜ੍ਹ ਦੇ ਨਾਲ ਲੱਗਦੇ ਜਿਹੜੇ ਪੰਜਾਬ ਦੇ ਏਰੀਏ ਨੇ ਜਾਂ ਹਰਿਆਣਾ ਦੇ ਏਰੀਏ ਨੇ, ਉੱਥੇ ਵੱਡੇ ਪੱਧਰ ਤੇ ਲੈਂਡ ਮਾਫੀਆ ਐਕਟਿਵ ਹੈ ਇਸ ਵੇਲੇ। ਤੁਹਾਨੂੰ ਲੱਗਦਾ ਕਿ ਉਸ ਦੇ ਖਿਲਾਫ ਇਹ ਕਿਤੇ ਨਾ ਕਿਤੇ ਐਕਟ ਜਿਹੜਾ ਨਵਾਂ ਬਣਾਇਆ ਗਿਆ ਕਾਨੂੰਨ, ਉਹਦੇ ਨਾਲ ਮਦਦ ਮਿਲੇਗੀ? ਦੇਖੋ, ਜਿਹੜਾ ਐਕਟ ਹੈ ਉਹ ਲੈਂਡ ਐਕੁਜੀਸ਼ਨ ਐਕਟ ਹੈ, ਰਾਈਟ ਟੂ ਫੇਅਰ ਕੰਪਨਸੇਸ਼ਨ। ਉਹ ਡੀਲ ਕਰਦਾ ਹੈ ਕਿ ਲੈਂਡ ਦਾ ਰੇਟ ਕਿੰਨਾ ਦੇਣਾ ਹੈ। ਜਿਵੇਂ 100% ਸਲੇਸ਼ੀਅਮ ਆ, ਪਹਿਲਾਂ ਕਿੰਨਾ ਸੀ? 30% ਸੀ। ਜੇ ਮਾਰਕੀਟ ਵੈਲਿਊ 1 ਕਰੋੜ ਹੈ, ਦੇਣਾ 100% ਤਾਂ 1 ਕਰੋੜ ਤਾਂ ਐਕਸਟਰਾ ਦੇਣਾ ਪੈ ਜਾਣਾ। ਉਹ ਜਿਹੜਾ ਐਕਟ ਹੈ ਉਹ ਮਾਫੀਏ ਨੂੰ ਕੰਟਰੋਲ ਕਰਨ ਵਾਸਤੇ, ਮੈਂ ਨਹੀਂ ਕਹਿੰਦਾ ਕੋਈ ਮਾਫੀਏ ਨੂੰ ਕੰਟਰੋਲ ਕਰਨ ਵਾਸਤੇ ਥੋੜ੍ਹਾ ਬਹੁਤ ਵਰਕ ਕਰ ਸਕਦਾ, ਪਰ ਲੈਂਡ ਓਨਰਸ ਦਾ ਇੰਟਰਸਟ ਪ੍ਰੋਟੈਕਟ ਕਰਨ ਵਾਸਤੇ ਜ਼ਰੂਰ ਕੰਮ ਕਰੇਗਾ। ਲੈਂਡ ਮਾਫੀਏ ਨੂੰ ਪ੍ਰੋਟੈਕਟ ਕਰਨ ਵਾਲਾ ਜਾਂ ਬੈਨੀਫਿਟ ਦਿਵਾਉਣ ਵਾਲਾ ਜਿਹੜਾ ਪੈਰਾਫਰੀ ਐਕਟ 1952 ਹੈ, ਉਹ ਨਾ ਹਲੇ ਸੈਟੀਸਫਾਈਡ ਹੋਇਆ, ਨਾ ਉਹ ਰਿਪੀਲ ਹੋਇਆ। ਜਿੱਥੋਂ ਤੱਕ ਮੇਰਾ ਆਪਣਾ ਇਸ 'ਤੇ ਲੀਗਲ ਓਪੀਨੀਅਨ ਇਹ ਹੈਗਾ, ਜਿਹੜਾ ਉਹ ਐਕਟ ਹੈ ਜਾਂ ਤਾਂ ਰਿਪੀਲ ਕਰ ਦੇ। ਰਿਪੀਲ ਐਕਟ ਬਣਾਉਣਾ ਕਿਹਨੇ? ਐਕਟ ਬਣਾਉਣਾ ਸਰਕਾਰ ਨੇ, ਲੈਜਿਸਲੇਚਰ ਨੇ, ਇੰਪਲੀਮੈਂਟ ਕਰਨਾ ਐਗਜ਼ੈਕਟਿਵ ਨੇ, ਇੰਟਰਪ੍ਰੈਟ ਕਰਨਾ ਜੁਡੀਸ਼ਰੀ ਨੇ। ਐਕਟ ਬਣਿਆ ਹੋਇਆ, ਐਕਟ ਰਿਪੀਲ ਗਵਰਨਮੈਂਟ ਕਰ ਸਕਦੀ ਹੈ। ਮੇਰੇ ਅਕੋਰਡਿੰਗਲੀ ਉਹ ਜਿਹੜਾ ਐਕਟ ਆ ਉਹਦੀ ਦੁਰਵਰਤੋਂ ਹੋ ਰਹੀ ਹੈ, ਜਾਂ ਤਾਂ ਉਹ ਬਰਾਬਰ ਐਪਲੀਕੇਬਲ ਹੋਵੇ। ਇੱਕ ਏਰੀਏ 'ਚ ਐਪਲੀਕੇਬਲ ਨਹੀਂ, ਦੂਜੇ ਏਰੀਏ 'ਚ ਐਪਲੀਕੇਬਲ ਹੈ। ਮੈਨੂੰ ਤਾਂ ਇਹ ਬੜਾ ਉਹਦੇ 'ਤੇ ਕੁਐਸਚਨਿੰਗ ਹੈ। ਜਿਹੜਾ ਬੰਦਾ ਓਨਰ ਹੈ ਉਹ ਆਪਣੀ ਪ੍ਰੋਪਰਟੀ ਨੂੰ ਇੰਜੋਏ ਨਹੀਂ ਕਰ ਸਕਦਾ, ਉਹ ਤਾਂ ਇਨਫ੍ਰਿੰਜਮੈਂਟ ਆਫ ਲੀਗਲ ਰਾਈਟ ਹੋ ਗਿਆ। ਸੋ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਵੱਡਾ ਇਸ਼ੂ ਹੈ। ਹਾਈ ਕੋਰਟ ਕਿਤੇ ਨਾ ਕਿਤੇ ਕਿਸਾਨਾਂ ਦੇ ਹੱਕ ਦੇ ਵਿੱਚ ਨਜ਼ਰ ਆ ਰਹੀ ਹੈ, ਪਰ ਵੱਡੇ ਸਵਾਲ ਤਾਂ ਇਹੀ ਨੇ ਕਿ ਕਿਉਂ ਆਖਿਰ ਜਿਹੜਾ ਕਾਨੂੰਨ ਆ, ਪੈਰਾਫਰੀ ਕਾਨੂੰਨ ਆ, ਉਹ ਸਾਰੇ ਪਾਸੇ ਨਹੀਂ ਲਾਗੂ ਹੁੰਦਾ। ਪੰਜਾਬ ਚੰਡੀਗੜ੍ਹ ਦੀ ਅਸੀਂ ਜਦੋਂ ਗੱਲ ਕਰਦੇ ਹਾਂ, ਨਾਲ ਇੱਧਰਲੇ ਪਾਸੇ ਜ਼ੀਰਕਪੁਰ ਵਾਲੇ ਪਾਸੇ ਵੀ ਉਹੀ ਕਾਨੂੰਨ ਲਾਗੂ ਹੋਣਾ ਚਾਹੀਦਾ, ਪਰ ਉਸ ਕਾਨੂੰਨ ਨੂੰ ਲੈ ਕੇ ਜਿਹੜੇ ਸਵਾਲ ਹਲੇ ਬਣੇ ਹੋਏ ਨੇ। ਪਰ ਨਾਲ ਦੀ ਨਾਲ ਕਿਸਾਨਾਂ ਦੇ ਹੱਕ ਕੀ ਨੇ, ਉਹਨਾਂ ਦੇ ਵਿਰੁੱਧ ਜਿਹੜੀ ਇਸ ਵੇਲੇ ਕਾਰਵਾਈ ਹੋ ਰਹੀ ਹੈ, ਉਹਦੇ ਹੱਕ ਦੇ ਵਿੱਚ ਕਿਤੇ ਨਾ ਕਿਤੇ ਹਾਂ ਦਾ ਨਾਰਾ ਮਾਰਨ ਦੀ ਕੋਸ਼ਿਸ਼ ਹੋ ਰਹੀ ਹੈ। ਨਾਲ ਦੀ ਨਾਲ ਹਾਈ ਕੋਰਟ ਇਸ ਵੇਲੇ ਕਾਫੀ ਹੱਦ ਤੱਕ ਕਿਸਾਨਾਂ ਦੇ ਹੱਕ ਦਿਵਾਉਣ ਦੇ ਵਿੱਚ ਨਜ਼ਰ ਆ ਰਿਹਾ, ਕਿਉਂਕਿ ਇੱਕ ਪਾਸੇ 2 ਕਰੋੜ ਰੁਪਈਆ ਤੇ ਦੂਜੇ ਪਾਸੇ 25 ਕਰੋੜ ਜ਼ਮੀਨ ਆਸਮਾਨ ਦਾ ਫਰਕ ਹੈ। ਤੇ ਦੇਖਣਾ ਹੋਵੇਗਾ ਕਿ ਇਸ ਕੇਸ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕੀ ਤਰਮੀਮਾਂ ਆਉਂਦੀਆਂ ਨੇ, ਕੀ ਨਵੇਂ ਨੁਕਤੇ ਜਿਹੜੇ ਨੇ ਉਹ ਸਾਹਮਣੇ ਆਉਂਦੇ ਨੇ, ਤਾਂ ਜੋ ਕਿਸਾਨਾਂ ਨੂੰ ਜਿਹੜੇ ਉਹਨਾਂ ਦੇ ਹੱਕ ਜਿਹੜੇ ਆ, ਅਧਿਕਾਰ ਜਿਹੜੇ ਆ, ਉਹ ਮਿਲ ਸਕਣ। ਸਹਿਯੋਗੀ ਸੁਖਵਿੰਦਰ ਦੇ ਨਾਲ ਹਰਦੀਪ ਸਿੰਘ ਭੋਗਲ, ਸਪੋਕਸਮੈਨ ਟੀਵੀ, ਮੋਹਾਲੀ।